ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨਦੀਪ ਸਿੰਘ। ਖਬਰ ਪੜਤਾਲ ਦੇ ਵਿੱਚ ਅੱਜ ਦੀਆਂ ਖਬਰਾਂ ਦੀ ਪੜਤਾਲ ਕਰਾਂਗੇ ਕਿਉਂਕਿ ਖਬਰਾਂ ਬਹੁਤ ਵੱਡੀਆਂ ਨੇ, ਕਿਉਂਕਿ SGPC ਚੋਣਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਹੋ ਸਕਦੀਆਂ ਨੇ। ਇਹ ਸਾਰੀ ਖਬਰ ਪੜਤਾਲ ਦੇ ਵਿੱਚ ਖਬਰਾਂ ਦੀ ਪੜਤਾਲ ਸਾਡੇ ਨਾਲ ਕਰਨਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਗਗਨ। ਡੱਲਾ ਜੀ, ਕਿਵੇਂ ਦੇਖ ਰਹੇ ਹੋ SGPC ਚੋਣਾਂ ਨੂੰ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਬਹੁਤ ਹੀ ਇਤਿਹਾਸਿਕ ਗੈਰ ਰਾਜਨੀਤਿਕ ਘਟਨਾਕ੍ਰਮ ਹੋਏਗਾ, ਪਰ ਇਹਦਾ ਅਸਰ ਰਾਜਨੀਤਿਕ ਹੋਏਗਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਸਾਡੀਆਂ, ਉਹ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਨੂੰ ਸੁਚਾਰੂ ਚਲਾਉਣ ਦੇ ਲਈ ਚੋਣਾਂ ਕੀਤੀਆਂ ਜਾਂਦੀਆਂ ਨੇ। ਔਰ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਧਿਰ ਹੈ ਜਿਹੜੀ, ਉਹਨਾਂ ਕੋਲੇ ਸਾਂਭ ਸੰਭਾਲ ਹੈ, ਉਹਨਾਂ ਕੋਲੇ ਸੇਵਾ ਹੈ। ਔਰ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਜਦੋਜਹਿਦ ਹੋਈ। HS ਫੂਲਕਾ ਉਹਨਾਂ ਨੇ ਪ੍ਰਧਾਨ ਮੰਤਰੀ ਤੱਕ ਨੂੰ ਚਿੱਠੀ ਲਿਖੀ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਤੱਕ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ। ਔਰ ਹੁਣ ਜਾ ਕੇ ਗੁਰਦੁਆਰਾ ਕਮਿਸ਼ਨ ਦੇ ਜਿਹੜੇ ਜਸਟਿਸ ਨੇ, ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਸਾਰੋਂ ਸਾਹਿਬ ਦੀ ਜੀ। ਔਰ ਹੁਣ ਇਹਦੇ ਪਿੱਛੇ ਇਹ ਵੀ ਕਾਰਨ ਮੰਨਿਆ ਜਾਂਦਾ ਹੈ ਕਿ ਜਿੰਨੀ ਦੇਰ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਰਹੀ ਹੈ ਜੀ, ਉਨੀ ਦੇਰ ਤੱਕ ਗ੍ਰਹਿ ਮੰਤਰਾਲੇ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਰ ਗੱਲ ਮੰਨੀ ਗਈ ਹੈ ਕਿ ਕਦੋਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਕਦੋਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੀ ਹਰ ਰਾਏ 'ਚ ਕੇਂਦਰ ਸਰਕਾਰ ਨੇ ਹਾਮੀ ਭਰੀ ਹੈ ਜੀ। ਪਰ ਹੁਣ ਕਿਉਂਕਿ ਕਿਸਾਨਾਂ ਦੇ ਮਸਲੇ ਤੇ ਅਕਾਲੀ ਦਲ ਵੱਖਰਾ ਹੋ ਗਿਆ ਹੈ ਭਾਰਤੀ ਜਨਤਾ ਪਾਰਟੀ ਤੋਂ, ਔਰ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਗੁਰਦੁਆਰਾ ਕਮਿਸ਼ਨ ਦੀ ਨਿਯੁਕਤੀ ਕਰ ਦਿੱਤੀ ਹੈ, ਜਿਸ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜੇ ਕੋਈ ਅੜਿੱਕਾ ਬਣਦਾ ਸੀ ਕੇਂਦਰ ਜੀ, ਤੇ ਉਹ ਨਹੀਂ ਬਣੂਗਾ। ਦੂਜੇ ਪਾਸੇ ਸੁਖਦੇਵ ਢੀਂਡਸਾ ਹੋਣੀ ਵੀ ਲਗਾਤਾਰ ਕੇਂਦਰ ਅੱਗੇ ਪੈਰਵਾਈ ਕਰਦੇ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਆਂ ਜਾਣ ਜੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਸਾਬਕਾ ਜਿਹੜੇ ਅਕਾਲੀ ਆਗੂ ਰਹੇ ਨੇ, ਜਿਹੜੇ ਹੁਣ ਸੁਖਬੀਰ ਬਾਦਲ ਤੋਂ ਵੱਖਰੇ ਹੋ ਗਏ, ਭਾਵੇਂ ਉਹ ਮਨਜੀਤ ਸਿੰਘ ਜੀਕੇ ਨੇ, ਜਾਗੋ ਵਾਲੇ ਨੇ, ਉਹ ਸਾਰੇ ਲੋਕ ਵੀ ਲਗਾਤਾਰ ਇਹ ਮੰਗ ਕਰਦੇ ਰਹੇ ਨੇ ਕਿ ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣੀਆਂ ਚਾਹੀਦੀਆਂ ਨੇ ਜੀ। ਸੋ ਮੈਂ ਹੁਣ ਇਹ ਮਹਿਸੂਸ ਕਰਦਾ ਕਿ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ। ਔਰ ਇਹ ਚੋਣਾਂ ਨੇ ਜਿਹੜੀਆਂ, ਇਹ ਆਪਣੇ ਆਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਇੱਕ ਬਹੁਤ ਵੱਡਾ ਉਹਨਾਂ ਦਾ ਟੈਸਟ ਵੀ ਹੋਏਗਾ। ਔਰ ਦੂਜੇ ਪਾਸੇ ਸਾਰੀਆਂ ਧਿਰਾਂ ਨੇ ਗਗਨ, ਤੁਸੀਂ ਦੇਖਦੇ ਹੀ ਹੋ, ਸੁਖਦੇਵ ਸਿੰਘ ਢੀਂਡਸਾ ਹੋਣੀ ਵੱਖਰੇ ਨੇ, ਟਕਸਾਲੀ ਜਿਹੜੇ ਅਕਾਲੀ ਨੇ ਉਹ ਵੱਖਰੇ ਨੇ, ਔਰ ਇਹ ਸਾਰੇ ਲੋਕ ਨੇ ਜਿਹੜੇ, ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਕਿਤੇ ਨਾ ਕਿਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਭ ਸੰਭਾਲ ਤੋਂ ਅਕਾਲੀ ਦਲ ਨੂੰ ਵੱਖ ਕਰੀਏ। ਔਰ ਇਹ ਇਹਨਾਂ ਦੀ ਜਿਹੜੀ ਰਾਜਸੀ ਜੱਦੋਜਹਿਦ ਸੀ, ਧਾਰਮਿਕ ਜੱਦੋਜਹਿਦ ਸੀ, ਇਹ ਪਿਛਲੇ ਸਮਿਆਂ ਤੋਂ ਵੀ ਚੱਲਦੀ ਰਹੀ ਹੈ। ਔਰ ਹੁਣ ਇਹ ਸਾਨੂੰ ਹੋਰ ਖੁੱਲ੍ਹ ਕੇ ਨਜ਼ਰ ਆਊਗੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆਉਣਗੀਆਂ। ਔਰ ਸਿਰਫ ਟਕਸਾਲੀ ਅਕਾਲੀ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸੁਖਦੇਵ ਢੀਂਡਸੇ ਦੇ ਦਲ ਦੀ ਗੱਲ ਨਹੀਂ ਹੈ। ਹੋਰ ਵੀ ਪੰਜਾਬ 'ਚ ਬਹੁਤ ਸਾਰੇ ਸਿੱਖ ਸੰਗਠਨ ਨੇ, ਵੱਖ-ਵੱਖ ਸਿੱਖ ਜਥੇਬੰਦੀਆਂ ਨੇ, ਸਿੱਖ ਸੰਗਠਨ ਨੇ, ਜਿਹੜੇ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਸੀ ਕਿ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਵੱਖ ਕਰ ਸਕਦੇ ਹਾਂ ਜੀ। ਸੋ ਇਸ ਵਾਰ ਇਹ ਪਹਿਲੀ ਵਾਰੀ ਜਿਹੜਾ ਟਕਰਾਅ ਹੈ ਧਾਰਮਿਕ ਚੋਣਾਂ ਦਾ, ਉਹ ਇਸ ਰੂਪ 'ਚ ਨਜ਼ਰ ਆਊਗਾ ਵੀ ਕੀ ਇਹ ਸਾਰੇ ਸਿੱਖ ਸੰਗਠਨ ਇਕੱਠੇ ਹੋ ਕੇ, ਸਾਰੀਆਂ ਰਾਜਸੀ ਧਿਰਾਂ, ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਭਾਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੈ, ਭਾਵੇਂ ਸੁਖਦੇਵ ਢੀਂਡਸਿਆਂ ਦਾ ਅਕਾਲੀ ਦਲ ਹੈ, ਭਾਵੇਂ ਵੱਖ-ਵੱਖ ਸਿੱਖ ਸੰਗਠਨ ਨੇ, ਕੀ ਇਹ ਸਾਰੇ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖ ਕਰ ਸਕਣਗੇ? ਇਹ ਇਹਨਾਂ ਸਾਰਿਆਂ ਦੀ ਵੀ ਜਿਹੜੀ ਧਾਰਮਿਕ ਤੇ ਸਿਆਸੀ ਤਾਕਤ ਹੈ, ਇਹ ਉਹਦਾ ਟੈਸਟ ਹੋਣਾ ਕਿ ਇਹ ਸਾਰੇ ਇਕੱਠੇ ਹੋ ਕੇ ਹੁਣ ਕੀ ਕਰ ਪਾਉਂਦੇ ਨੇ। ਹਾਲਾਂਕਿ ਕਾਂਗਰਸ ਸਿੱਧੇ ਤੌਰ ਤੇ ਕਦੀ ਵੀ ਇਹਨਾਂ ਚੋਣਾਂ 'ਚ ਦਖਲ ਨਹੀਂ ਦਿੰਦੀ, ਅਸਿੱਧੇ ਤੌਰ ਦੇ ਉੱਤੇ ਵੀ ਕਾਂਗਰਸ ਦੀ ਮੈਨੂੰ ਕੋਈ ਬਹੁਤ ਵੱਡੀ ਸ਼ਮੂਲੀਅਤ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਭਾਰਤੀ ਜਨਤਾ ਪਾਰਟੀ ਵੀ ਇਹਨਾਂ ਚੋਣਾਂ ਦੇ ਵਿੱਚ ਅਸਿੱਧੇ ਤੌਰ ਦੇ ਉੱਤੇ ਜਾਂ ਸਿੱਧੇ ਤੌਰ ਦੇ ਉੱਤੇ ਕੋਈ ਦਖਲ ਨਹੀਂ ਕਰੂਗੀ। ਸੋ ਸ਼ੁੱਧ ਇਹ ਚੋਣਾਂ ਨੇ ਜਿਹੜੀਆਂ, ਇਹ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਵੱਖ-ਵੱਖ ਸਿੱਖ ਸੰਗਠਨਾਂ ਦੀਆਂ ਚੋਣਾਂ ਬਣਨਗੀਆਂ। ਔਰ ਇਹ ਬੜਾ ਦਿਲਚਸਪ ਰਹੂਗਾ ਇਸ ਵਾਰ ਦੇਖਣਾ ਕਿ ਇਸ ਵਾਰ ਇਹਨਾਂ ਦੇ ਨਤੀਜੇ ਕੀ ਆਉਂਦੇ ਨੇ, ਕਿਉਂਕਿ ਇਸ ਵਾਰ ਕੇਂਦਰ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਸਾਥ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦਾ। ਸੋ ਇਹ ਸੁਖਬੀਰ ਬਾਦਲ ਦੇ ਲਈ ਵੀ ਇਹ ਬਹੁਤ ਵੱਡੀ ਚੁਣੌਤੀ ਨੇ ਜਿਹੜੀਆਂ
ਇਹ ਵੋਟਾਂ ਹੋਣਗੀਆਂ ਜੀ। ਟੱਲਾ ਜੀ, ਜਿੱਦਾਂ ਸੁਖਵੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਤਾਂ ਇਕੱਠੇ ਚੋਣਾਂ ਲੜਦੇ ਸੀ SGPC ਦੀਆਂ, ਇਸ ਵਾਰ ਦੋਵੇਂ ਚਿਹਰੇ ਵੱਖੋ-ਵੱਖ ਨੇ, ਪਾਰਟੀਆਂ ਵੱਖੋ-ਵੱਖ ਨੇ, ਕਿੰਨੀ ਕੁ ਵੱਡੀ ਚੁਣੌਤੀ ਦੋਨੇ ਚਿਹਰਿਆਂ ਦੇ ਲਈ ਵੇਖ ਰਹੇ ਹੋ ਤੁਸੀਂ? ਇਹ ਬੜਾ ਤੁਸੀਂ ਇੰਪੋਰਟੈਂਟ ਸਵਾਲ ਕੀਤਾ। ਦੇਖੋ, ਸੁਖਬੀਰ ਬਾਦਲ ਲਈ ਤਾਂ ਚੁਣੌਤੀ ਹੈ ਹੀ ਹੈ ਜੀ, ਕਿਉਂਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਜੀ, ਔਰ ਆਮ ਤੌਰ ਤੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪੂਰੀ ਤਰ੍ਹਾਂ ਨਾਲ ਸਰਗਰਮ ਰਹਿੰਦੇ ਸੀ। ਇਸ ਵਾਰ ਸਾਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਗਰਮੀ ਜ਼ਿਆਦਾ ਦੇਖਣ ਨੂੰ ਨਹੀਂ ਮਿਲਣੀ। ਸੋ ਨਿਸ਼ਚਿਤ ਤੌਰ ਦੇ ਉੱਤੇ ਸਾਰੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਸਾਰਾ ਜਿਹੜਾ ਟੀਚਾ ਹੈ ਔਰ ਉਹਨਾਂ ਦਾ ਜਿਹੜਾ ਅਗਵਾਈ ਕਰਨ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਸੁਖਬੀਰ ਬਾਦਲ ਦੀ ਰਹੂਗੀ। ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਨੇ, ਲੇਕਿਨ ਉਹ ਉਸ ਪੱਧਰ ਤੇ ਨਹੀਂ ਲੜੀਆਂ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਜਾਂ ਸੇਵਾ ਲੱਗਦੀ ਸੀ, ਖਾਸ ਤੌਰ ਤੇ ਉਹ ਸੰਗਰੂਰ ਹਲਕੇ ਵਾਲੇ ਪਾਸੇ ਜਾਂ ਮਾਲਵੇ ਵਾਲੇ ਪਾਸੇ ਸੀਮਤ ਰਹਿੰਦੇ ਸੀ ਸੁਖਦੇਵ ਸਿੰਘ ਢੀਂਡਸਾ। ਇਸ ਵਾਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਤਾਕਤ ਹੈ, ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਹੈ ਜੀ, ਕਿਤੇ ਨਾ ਕਿਤੇ ਸੁਖਦੇਵ ਸਿੰਘ ਢੀਂਡਸਾ ਹੁਣੀ ਕਾਫੀ ਦੇਰ ਦੇ ਇਸ ਜੱਦੋ-ਜਹਿਦ 'ਚ ਸੀ ਕਿ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵਿਹਲੇ ਕਰ ਦਈਏ ਜੀ, ਤੇ ਅਸੀਂ ਫਿਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਜਿੱਤ ਹਾਸਲ ਕਰਾਂਗੇ। ਜੀ, ਹੁਣ ਜ਼ੋਰ ਪੂਰਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਵੀ ਲੱਗਣਾ ਹੈ ਔਰ ਸੁਖਦੇਵ ਸਿੰਘ ਢੀਂਡਸਾ ਨੂੰ ਕਈ ਬਾਹਾਂ ਵੀ ਮਿਲਣਗੀਆਂ। ਜੀ, ਦੇਖੋ, ਕਈ ਪੁਰਾਣੇ ਜਿਹੜੇ ਆਗੂ ਨੇ ਜਿਹੜੇ ਕਿਸੇ ਸਮੇਂ ਅਕਾਲੀ ਦਲ 'ਚ ਸੀ, ਅਕਾਲੀ ਦਲ ਤੋਂ ਵੱਖਰੇ ਹੋ ਗਏ, ਉਹਨਾਂ ਸਾਰਿਆਂ ਦਾ ਸਾਥ ਇੱਕ ਇੱਕ ਕਰਕੇ ਸੁਖਦੇਵ ਸਿੰਘ ਢੀਂਡਸਾ ਨੂੰ ਮਿਲ ਰਿਹਾ। ਭਾਵੇਂ ਵੀਰ ਦਵਿੰਦਰ ਹੋਣੀ ਨੇ, ਭਾਵੇਂ ਟਕਸਾਲੀ ਅਕਾਲੀ ਨੇ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣੀਆਂ ਨੇ ਤੇ ਮੈਨੂੰ ਇਹ ਬਹੁਤ ਸੰਭਾਵਨਾ ਲੱਗਦੀ ਹੈ ਕਿ ਇਹ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਲੜ ਸਕਦੀਆਂ ਨੇ। ਬੈਂਸ ਭਰਾ ਨੇ, ਵੱਡਾ ਬੈਂਸ ਬ੍ਰਦਰ ਹੈ ਜਿਹੜਾ ਬਲਵਿੰਦਰ ਸਿੰਘ ਬੈਂਸ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ। ਸੋ ਬੈਂਸ ਭਰਾ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਵਿਰੋਧੀ ਧੜੇ ਦੇ ਵਿੱਚ ਸਰਗਰਮ ਹੋਣਗੇ। ਹੁਣ ਇੱਥੇ ਸਭ ਤੋਂ ਵੱਡੀ ਗੱਲ ਇਹ ਰਹਿਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪ੍ਰਬੰਧ ਰਿਹਾ, ਸੋ ਬਹੁਤ ਸਾਰੇ ਅਜਿਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਅਕਾਲੀ ਦਲ 'ਚ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਚੰਗੀ ਪਹੁੰਚ ਵੀ ਹੈ, ਜਿਹੜੇ ਸਾਫ਼ ਸੁਥਰੇ ਸੁਚੱਜੇ ਕੰਮ ਵੀ ਕਰਦੇ ਨੇ। ਔਰ ਇਸ ਕਰਕੇ ਹੁਣ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਸਰੀਆਂ ਧਿਰਾਂ ਜਿਹੜੀਆਂ ਇਹਨਾਂ ਚੋਣਾਂ ਚਾਹਣਗੀਆਂ, ਉਹ ਆਪਣੇ ਉਮੀਦਵਾਰ ਕਿੰਨੇ ਕੁ ਕਾਮਯਾਬ ਤੇ ਚੰਗੇ ਲੈ ਕੇ ਆਉਂਦੇ ਨੇ। ਸਭ ਤੋਂ ਵੱਡੀ ਗੱਲ ਤਾਂ ਉਮੀਦਵਾਰਾਂ ਦੀ ਹੋਣੀ ਹੈ। ਅਕਾਲੀ ਦਲ ਕਿਉਂਕਿ ਬਹੁਤ ਪੁਰਾਣੀ ਜਥੇਬੰਦੀ ਹੈ, ਬਹੁਤ ਪੁਰਾਣੀ ਜਥੇਬੰਦੀ ਹੋਣ ਕਰਕੇ ਬਹੁਤ ਲੰਮਾ ਤਜਰਬਾ ਅਕਾਲੀ ਦਲ ਕੋਲੇ SGPC ਦੇ ਪ੍ਰਬੰਧ ਦਾ ਵੀ ਹੈ, ਜਿਸ ਕਰਕੇ ਪੀੜ੍ਹੀ ਦਰ ਪੀੜ੍ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਤਿਆਰ ਹੁੰਦੇ ਰਹੇ ਨੇ। ਬਹੁਤ ਸਾਰੇ ਪਰਿਵਾਰ ਸੀ ਜਿੱਥੇ ਪਹਿਲਾਂ ਉਹਨਾਂ ਦੇ ਬਜ਼ੁਰਗ ਮੈਂਬਰ ਸੀਗੇ, ਫਿਰ ਹੁਣ ਉਹਨਾਂ ਦੇ ਬੱਚੇ ਅੱਗੇ ਮੈਂਬਰ ਆ ਗਏ। ਸੋ ਸ਼੍ਰੋਮਣੀ ਅਕਾਲੀ ਦਲ ਕੋਲੇ ਜਿਹੜੇ ਹੁਣ ਸ਼੍ਰੋਮਣੀ SGPC ਦੇ ਮੈਂਬਰ ਨੇ, ਉਹਨਾਂ ਕੋਲੇ ਤਜਰਬਾ ਵੀ ਬਹੁਤ ਹੈ ਪ੍ਰਬੰਧ ਦਾ ਵੀ, ਉਹਨਾਂ ਕੋਲੇ ਲੋਕਾਂ 'ਚ ਵਿਚਰਨ ਦਾ ਤਜਰਬਾ ਵੀ ਬਹੁਤ ਹੈ ਔਰ ਉਹਨਾਂ ਨੇ ਇਹੋ ਜਿਹੀ ਗੱਲ ਨਹੀਂ ਕਿ ਚੰਗੇ ਕੰਮ ਨਹੀਂ ਕੀਤੇ, ਉਹਨਾਂ ਨੇ ਕੰਮ ਵੀ ਚੰਗੇ ਕੀਤੇ ਹੋਏ ਨੇ। ਹੁਣ ਦੂਜੇ ਪਾਸੇ ਜਦੋਂ ਗੱਲ ਆ ਜਾਂਦੀ ਹੈ ਟਕਸਾਲੀਆਂ ਦੀ, ਬੈਂਸ ਭਰਾਵਾਂ ਦੀ, ਸੁਖਦੇਵ ਢੀਂਡਸੇ ਉਹਨਾਂ ਦੀ ਜਾਂ ਵੱਖ-ਵੱਖ ਸਿੱਖ ਸੰਗਠਨਾਂ ਦੀ, ਇਹ ਸਾਰੀਆਂ ਸੀਟਾਂ ਤੇ ਕੀ ਮੁਕਾਬਲੇ ਦੇ ਉਮੀਦਵਾਰ ਦੇ ਸਕਣਗੇ? ਕੀ ਸੁਖਦੇਵ ਢੀਂਡਸਾ ਹੁਣੀ ਬਰਾਬਰ ਦੇ ਕੱਦ ਦੇ ਮੁਕਾਬਲੇ ਦੇ ਉਮੀਦਵਾਰ ਲੈ ਕੇ ਆ ਸਕਣਗੇ? ਹੁਣ ਇੱਕ ਉਮੀਦਵਾਰਾਂ ਦਾ ਜਿਹੜਾ ਆਪਣਾ ਕੱਦ ਹੈ, ਕਿਸੇ ਵੀ ਇੱਕ ਸੀਟ ਤੇ ਜਦੋਂ ਕੋਈ ਉਮੀਦਵਾਰ ਖੜਾ ਹੁੰਦਾ ਤੇ ਉਹਦੇ ਮੁਕਾਬਲੇ 'ਚ ਜੇ ਤੁਸੀਂ ਮਜ਼ਬੂਤ ਉਮੀਦਵਾਰ ਖੜਾ ਕਰੋਗੇ ਤਾਂ ਹੀ ਤੁਸੀਂ ਜਿੱਤ ਹਾਸਲ ਕਰ ਸਕੋਗੇ। ਸੋ ਇਸ ਕਰਕੇ ਹੁਣ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਰਹਿਣੀ ਹੈ ਸੰਗਠਨ ਦੀ, ਦੂਜੇ ਪਾਸੇ ਵੱਖ-ਵੱਖ ਸਿੱਖ ਸੰਗਠਨ, ਢੀਂਡਸਿਆਂ ਦਾ ਅਕਾਲੀ ਦਲ, ਬੈਂਸਾਂ ਦੀ ਲੋਕ ਇਨਸਾਫ ਪਾਰਟੀ, ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋਣਗੀਆਂ। ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਮੁਕਾਬਲੇ ਦੇ ਉਮੀਦਵਾਰ ਦੇ ਸਕਣਗੀਆਂ, ਜੇਤੂ ਉਮੀਦਵਾਰ ਦੇ ਸਕਣਗੀਆਂ। ਇਹਨਾਂ ਸਾਰੀਆਂ ਗੱਲਾਂ ਤੇ ਨਿਰਭਰ ਰਹਿਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜੇ ਕੀ ਰਹਿੰਦੇ ਨੇ। ਔਰ ਅਗਰ ਵਿਰੋਧੀ ਧਿਰਾਂ ਇਕੱਠੇ ਹੋ ਕੇ ਸਾਰਿਆਂ ਨੇ ਪੂਰੇ ਪੰਜਾਬ ਦੇ ਵਿੱਚ ਸਹਿਮਤੀ ਬਣਾ ਲਈ, ਇਲਾਕੇ ਵੰਡ ਲਏ ਕਿ ਅਸੀਂ ਇਹਨਾਂ ਸੀਟਾਂ ਦੇ ਉੱਤੇ ਲੋਕ ਇਨਸਾਫ ਪਾਰਟੀ ਲੜੋ, ਇਹਨਾਂ ਸੀਟਾਂ ਦੇ ਉੱਤੇ ਸੁਖਦੇਵ ਢੀਂਡਸਾ ਲੜਨਗੇ, ਇਸ ਇਲਾਕੇ 'ਚ ਜਿਹੜੇ ਮਾਝੇ ਦੇ ਆਗੂ ਨੇ, ਟਕਸਾਲੀ ਕਹਿ ਲੈਂਦੇ ਆਪਾਂ, ਉਹ ਲੜਨਗੇ। ਅੰਮ੍ਰਿਤਸਰ 'ਚ ਨੇ ਉੱਥੇ ਵੱਖ-ਵੱਖ ਸਿੱਖ ਸੰਗਠਨ ਨੇ ਜਿਨ੍ਹਾਂ ਦਾ ਦਬਦਬਾ ਹੈ, ਉਹ ਇਲੈਕਸ਼ਨ ਲੜਨਗੇ। ਅਗਰ ਇਸ ਤਰੀਕੇ ਨਾਲ ਪੂਰੇ ਪੰਜਾਬ ਦੀ ਇਹ ਵਿਉਂਤਬੰਦੀ ਬਣਾ ਲੈਂਦੇ ਨੇ ਵੱਖ-ਵੱਖ ਸਿੱਖ ਸੰਗਠਨ, ਫਿਰ ਤਾਂ ਅਕਾਲੀ ਦਲ ਨੂੰ ਮਜ਼ਬੂਤ ਚੁਣੌਤੀ ਦੇ ਸਕਣਗੇ, ਚੰਗੇ ਉਮੀਦਵਾਰ ਅੱਗੇ ਲੈ ਕੇ ਆਉਣਗੇ। ਫਿਰ ਕਿਸੇ ਤਰ੍ਹਾਂ ਦੀ ਵੀ ਆਪਸ 'ਚ ਜਿਹੜੇ ਵਿਰੋਧੀ ਨੇ, ਜਿਹੜੇ ਬਾਦਲ ਵਿਰੋਧੀ ਨੇ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਏਕਤਾ 'ਚ ਕਮੀ ਨਹੀਂ ਨਜ਼ਰ ਆਉਣੀ ਚਾਹੀਦੀ। ਫਿਰ ਉਹਨਾਂ ਨੂੰ ਵਿੱਤੀ ਸੰਸਾਧਨ ਵੀ ਜ਼ਰੂਰ ਇਕੱਠੇ ਕਰਨੇ ਪੈਣਗੇ ਸਾਰਿਆਂ ਨੂੰ ਮਿਲ ਜੁਲ ਕੇ। ਔਰ
ਸਾਫ਼ ਸੁਥਰੀ ਛਵੀ ਵਾਲੇ ਸਿਆਣੇ ਉਮੀਦਵਾਰ ਉਹਨਾਂ ਨੂੰ ਲੈ ਕੇ ਆਉਣੇ ਪੈਣਗੇ, ਤਾਂ ਹੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਦੇ ਮਾਮਲੇ 'ਚ ਜਿਹੜਾ ਹੈਗਾ ਉਹ ਹਰਾ ਪਾਉਣਗੇ। ਔਰ ਅਗਰ ਹਰਾ ਦਿੰਦੇ ਨੇ ਜੀ, ਅਗਰ ਵਿਰੋਧੀ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੋਂ ਵੱਖਰਾ ਕਰ ਦਿੰਦੇ ਨੇ, ਤੇ ਫਿਰ ਮੈਂ ਇਹ ਮੰਨੂਗਾ ਕਿ ਸੈਮੀਫਾਈਨਲ ਮੈਚ ਉਹਨਾਂ ਨੇ ਜਿੱਤ ਲਿਆ ਵਿਧਾਨ ਸਭਾ ਚੋਣਾਂ ਦਾ। ਉਸ ਤੋਂ ਬਾਅਦ ਅਗਰ ਐਸਜੀਪੀਸੀ ਦੀਆਂ ਚੋਣਾਂ ਕਿਤੇ ਨਾ ਕਿਤੇ ਅਕਾਲੀ ਦਲ ਹਾਰਦਾ ਹੈ ਜਾਂ ਕਮਜ਼ੋਰ ਪੈਂਦਾ ਹੈ, ਤੇ ਉਹਦਾ ਸਿੱਧਾ ਨੁਕਸਾਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਫਿਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਪਊਗਾ। ਕਿਉਂਕਿ ਮੈਂ ਅੱਗੇ ਵੀ ਕਹਿਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਨੇ ਜਿਹੜੇ ਅੱਗੇ ਜਾ ਕੇ ਐਮਐਲਏ ਦੀ ਚੋਣ ਲੜਦੇ ਨੇ ਅਕਾਲੀ ਦਲ ਵੱਲੋਂ ਜੀ, ਔਰ ਜੇ ਨਾ ਵੀ ਲੜਦੇ ਹੋਣ ਤਾਂ ਵੀ ਇੱਕ ਸੰਗਠਨ ਦੀ ਤਾਕਤ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਕੇ ਉਹ ਅਕਾਲੀ ਦਲ ਨੂੰ ਤਕੜਾ ਕਰਦੀ ਹੈ। ਸੋ ਇਸ ਵਾਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਪਿੱਛੇ ਪਾ ਗਈਆਂ ਵਿਰੋਧੀ ਧਿਰਾਂ, ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਨੂੰ ਖਾਸਾ ਨੁਕਸਾਨ ਹੋ ਸਕਦਾ ਹੈ। ਜੀ ਡਲਾਈ, ਜਿਸ ਤਰ੍ਹਾਂ ਤੁਸੀਂ ਇੱਕ ਗੱਠਜੋੜ ਦੀ ਉਮੀਦ ਲਾਈ, ਇੱਕ ਸੁਝਾਅ ਤੁਹਾਡੇ ਵੱਲੋਂ ਕਿ ਗੱਠਜੋੜ ਬਾਕੀ ਵਿਰੋਧੀ ਧਿਰਾਂ ਕਰਦੀਆਂ ਨੇ, ਤਾਂ ਜੇ ਅਜਿਹਾ ਗੱਠਜੋੜ ਐਸਜੀਪੀਸੀ ਚੋਣਾਂ ਦੇ ਵਿੱਚ ਬਣਦਾ ਤੇ ਗੱਠਜੋੜ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵੱਲ ਵੀ ਜਾ ਸਕਦਾ ਹੈ। ਇਹ ਵੀ ਤੁਸੀਂ ਬਹੁਤ ਇੰਪੋਰਟੈਂਟ ਸਵਾਲ ਕੀਤਾ। ਦੇਖੋ, ਅਗਰ ਇਹ ਗੱਠਜੋੜ ਤਾਂ ਬਣਨਾ ਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਇਹ ਗੱਠਜੋੜ ਤਾਂ ਬਣੇਗਾ ਜੀ। ਹੁਣ ਇਸ ਗੱਠਜੋੜ ਨੂੰ ਕਾਮਯਾਬੀ ਕਿੰਨੀ ਮਿਲਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿੰਨੀਆਂ ਕੁ ਸੀਟਾਂ ਤੇ ਇਹ ਗੱਠਜੋੜ ਜਿੱਤਦਾ ਹੈ, ਕੀ ਸਮੂਹਿਕ ਰੂਪ ਦੇ ਵਿੱਚ ਇਹ ਗੱਠਜੋੜ ਹੈ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ 'ਚ ਕਾਮਯਾਬ ਹੁੰਦਾ ਹੈ। ਅਗਰ ਤਾਂ ਇਹ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ 'ਚ ਕਾਮਯਾਬ ਹੋ ਗਿਆ, ਫਿਰ ਤਾਂ ਇਹ ਗੱਲ ਸਪਸ਼ਟ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ। ਅਗਰ ਇਹ ਗੱਠਜੋੜ ਕੁਝ ਸੀਟਾਂ ਤੇ ਵੀ ਜਿੱਤਦਾ ਹੈ ਤਾਂ ਵੀ 2022 ਦੇ ਵਿੱਚ ਇਸ ਗੱਠਜੋੜ ਨੂੰ ਇੱਕ ਤਾਕਤ ਮਿਲ ਸਕਦੀ ਹੈ, ਕਿਉਂਕਿ ਜਦੋਂ ਗੱਲ 2022 ਦੀਆਂ ਚੋਣਾਂ ਦੀ ਆਉਣੀ ਹੈ, ਉਦੋਂ ਇੱਕ ਤਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਕੇ ਇਸ ਗੱਠਜੋੜ ਨੂੰ ਤਾਕਤ ਨਸੀਬ ਹੋਣੀ ਹੈ, ਇੱਕ ਤਾਂ ਉਹ ਤਾਕਤ ਹੈ। ਦੂਸਰੀ ਫਿਰ ਸਿਆਸੀ ਤਾਕਤ ਵੀ ਮਿਲਣੀ ਹੈ। ਫਿਰ ਨਵਜੋਤ ਸਿੰਘ ਸਿੱਧੂ ਦਾ ਡਿਸੀਜਨ ਕੀ ਹੁੰਦਾ ਹੈ ਆਉਂਦੇ ਸਮੇਂ 'ਚ, ਭਵਿੱਖ 'ਚ, ਕੀ ਉਹ ਕਾਂਗਰਸ ਵੱਲੋਂ ਹੀ ਅੱਗੇ ਵਧਣਗੇ ਜਾਂ ਕੋਈ ਆਪਣਾ ਫਰੰਟ ਅੱਗੇ ਲੈ ਕੇ ਆਉਣਗੇ। ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ, ਭਗਵੰਤ ਮਾਨ ਉਹਨਾਂ ਦੇ, ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਦਾ ਪੰਜਾਬ 'ਚ ਉਹਨਾਂ ਦਾ ਫੈਸਲਾ ਕੀ ਹੁੰਦਾ ਹੈ ਕਿ ਉਹ ਇਸ ਗੱਠਜੋੜ ਦੇ ਨਾਲ ਵੀ ਆਉਂਦੇ ਸਮੇਂ 'ਚ ਕਿਸੇ ਤਰ੍ਹਾਂ ਦੀ ਸਾਂਝ ਬਣਾ ਕੇ ਤੁਰ ਸਕਦੇ ਨੇ, ਜਾਂ ਆਮ ਆਦਮੀ ਪਾਰਟੀ ਆਪਣੇ ਪੱਧਰ 'ਤੇ ਚੋਣਾਂ ਲੜੂਗੀ। ਉਦੋਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਵਾਲੇ ਜਿਹੜੇ ਗੱਠਜੋੜ ਨੇ, ਉਦੋਂ ਉਹਨਾਂ ਨੂੰ ਇਹ ਦੇਖਿਆ ਜਾਊਗਾ ਕਿ ਇਹਨਾਂ ਦੇ ਨਾਲ ਹੋਰ ਕਿਹੜਾ ਕਿਹੜਾ ਆ ਕੇ ਜੁੜਦਾ ਹੈ। ਆਮ ਆਦਮੀ ਪਾਰਟੀ ਜੁੜਦੀ ਹੈ, ਸਿੱਧੂ ਜੁੜਦਾ ਹੈ, ਇਹ ਵੀ ਭਵਿੱਖ 'ਚ ਜਿਹੜੀਆਂ ਨੇ ਇਹ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਜ਼ਰ 'ਚ ਰੱਖਣੀਆਂ ਪੈਣਗੀਆਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਲਈ ਅਗਰ ਇਹ ਗੱਠਜੋੜ ਮਿਲ ਜੁਲ ਕੇ ਚੋਣਾਂ ਲੜਦਾ ਹੈ ਔਰ ਕਾਮਯਾਬੀ ਦਰਜ ਕਰਦਾ ਹੈ, ਤੇ ਫਿਰ ਪੰਜਾਬ ਦੀ ਸਿਆਸਤ 'ਚ ਇੱਕ ਯੁੱਗ ਪਲਟਾਊ ਬਦਲਾਵ ਦੀ ਦਿਸ਼ਾ ਦੇ ਵਿੱਚ ਅਸੀਂ ਵੱਧ ਸਕਦੇ ਹਾਂ। ਜੀ ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਐਸਜੀਪੀਸੀ ਦੀਆਂ ਚੋਣਾਂ ਨੇ ਉਹ ਬਹੁਤ ਵੱਡਾ ਰੋਲ ਅਦਾ ਕਰਨਗੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਵੀ। ਸੋ ਉਮੀਦ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਜਿਹੜੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਤੋਂ ਪਹਿਲਾਂ ਜਿਹੜੀ ਐਸਜੀਪੀਸੀ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ ਇਸ ਵਿਸ਼ਾਲ ਚਰਚਾ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ। ਬਹੁਤ ਬਹੁਤ ਧੰਨਵਾਦ।